ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀਓ। ਪ੍ਰਭ ਦਾਤੋ ਦਾਤਾਰ ਪਰਿਓ ਜਜ ਕੇ ਇਕ ਸ਼ਰਨਾ। ਮਿਲੇ ਦਾਨ ਸੰਤ ਰੇਨ ਜਿਹ ਲਗ ਭਵ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ। ਦੇਹ ਦਰਸ਼ ਮਨ ਜਾਓ ਭਗਤ ਏ ਮਨ ਠਹਿਰਾਵੈ। भले उचराग अंधियार में सब कल उतरी एक नाम धर्म। प्रगट सगल हर भवन में जन नानक गुर पार ब्रह्मा। ज्यों बुलावे त्यों बोले हैं स्वामी। कुदरत कवन हमारी। साध संग नानक जस गायो। जो प्रभ की अत प्यारी। कबीर संत मुए क्या रोइए। जो अपने गृह जाए। रोव हो साकत बापरे। जो हट हाट बिकाए। परम सन्मान योग ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ। ਹਾਲਤ ਪਲਤ ਦੇ ਰਖਿਅਕ ਲੋਕ ਤੇ ਪਰਲੋਕ ਦੇ ਸਹਾਈ। ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਜਗਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਜੁੜ ਬੈਠੇ ਅਤੀ ਸਤਿਕਾਰਯੋਗ ਗੁਰਮੁਖ ਪਿਆਰੇ ਸਤ ਸੰਗੀ ਜਨੋ। ਅਮੋਲਕ ਘੜੀਆਂ ਦੀ ਪ੍ਰਾਪਤੀ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ। ਸਾਲਾਨਾ ਜੋੜ ਮੇਲੇ ਦੇ ਵਿੱਚ ਅਸੀਂ ਇਕੱਤਰ ਹੋਣ ਦੇ ਵਾਸਤੇ ਸੰਤਾਂ ਦੀ ਇਸ ਬਰਸੀ ਨੂੰ ਸਮਰਪਿਤ ਹੋ ਕੇ ਗੁਰੂ ਕੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ। ਅੱਜ ਉਸ ਮਹਾਨ ਤਪ ਅਸਥਾਨ ਦੇ ਉੱਤੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਜਿੱਥੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਆਤਮਾ ਸਿੰਘ ਜੀ ਨੇ ਬੈਠ ਕੇ ਆਪਣੇ ਜੀਵਨ ਦੀ ਘਾਲਣਾ ਘਾਲੀ ਹੈ। ਉਹਨਾਂ ਦੇ ਤਪ ਸਥਾਨਾਂ ਤੇ ਅੱਜ ਸਾਨੂੰ ਜੁੜਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ ਤੇ ਯਤਨ ਕਰੀਏ ਜਿੰਨਾ ਵੀ ਸਮਾਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠਣ ਦਾ ਬਤੀਤ ਕਰਨ ਦਾ ਪ੍ਰਾਪਤ ਹੋ ਰਿਹਾ ਹੈ, ਇਸ ਸਮੇਂ ਦੇ ਵਿੱਚ ਪਾਵਨ ਬਾਣੀ ਦਾ ਉਪਦੇਸ਼ ਸਰਵਣ ਕਰਕੇ ਅਸੀਂ ਵੀ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ, ਤਾਂ ਕਿ ਸਾਡਾ ਆਉਣਾ ਬੈਠਣਾ ਸਫਲ ਹੋ ਸਕੇ। ਸੰਤ ਬਾਬਾ ਆਤਮਾ ਸਿੰਘ ਜੀ ਦੀ ਜਿੱਥੇ 36ਵੀਂ ਸਾਲਾਨਾ ਵਰਸੀ ਨੂੰ ਯਾਦ ਕਰਦਿਆਂ ਹੋਇਆਂ ਅੱਜ ਅਸੀਂ ਜੁੜ ਰਹੇ ਹਾਂ, ਉਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ।
ਤੇ ਉਸੇ ਸੰਬੰਧ ਦੇ ਵਿੱਚ ਵੀ ਅਸੀਂ ਅੱਜ ਕੁਝ ਕੁ ਵਿਚਾਰਾਂ ਕਰਨੀਆਂ, ਜਿੱਥੇ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜਾਣਨ ਦਾ ਯਤਨ ਕਰਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ, ਤੇ ਉੱਥੇ ਯਤਨ ਕਰੀਏ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦਾ ਉਪਦੇਸ਼, ਜੀਵਨ ਦੀ ਸਿੱਖਿਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਚਲਾ ਸਕੀਏ ਜੀ। ਆਓ ਮੇਰੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ, ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕੁਝ ਕੁ ਘੜੀਆਂ ਰਲ ਮਿਲ ਕੇ ਗੁਰਬਾਣੀ ਵਿਚਾਰਾਂ ਦੇ ਨਾਲ ਜੁੜਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਜਿੱਥੇ 3 ਦਿਨ ਬਾਣੀ ਦੇ ਪ੍ਰਵਾਹ ਚੱਲੇ ਨੇ, ਧੁਰ ਕੀ ਬਾਣੀ ਆਈ, 3 ਸਗਲੀ ਚਿੰਤ ਮਟਾਈ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ, ਉਤੇ ਸਾਨੂੰ ਕਥਾ ਵਿਚਾਰਾਂ ਦੇ ਨਾਲ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ ਸਾਵਾ ਜੀ ਕਹਿੰਦੇ ਬਲਿਹਾਰ ਜਾਈਏ ਆਪਣੇ ਗੁਰੂ ਤੋਂ, ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜ ਕੇ, ਜਿਸ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਜ਼ਿੰਦਗੀ 'ਚ ਕਮਾ ਕੇ ਅਸੀਂ ਆਪਣੇ ਜੀਵਨ ਨੂੰ ਲੇਖੇ 'ਚ ਲਾਉਣਾ। ਆਓ ਆਰੰਭਤਾ ਦੇ ਵਿੱਚ ਆਪਾਂ ਸਾਰੀ ਸੰਗਤ ਸਤਿਗੁਰ ਦੇ ਚਰਨਾਂ 'ਚ ਸੀਸ ਝੁਕਾਉਂਦੇ ਹੋਏ ਰਸਨਾ ਨੂੰ ਪਵਿੱਤਰ ਕਰੀਏ। ਸਾਰੀ ਸੰਗਤ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ, ਅਸੀਸ ਬਖਸ਼ੋ ਜੀ। ਪਿਆਰ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਾਣੀ ਦੇ ਵਿੱਚੋਂ ਆਪਾਂ ਸ਼ਬਦ ਸਰਵਣ ਕੀਤਾ ਹੈ, ਕਬੀਰ ਸੰਤ ਮੂਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ, ਜੋ ਹਟ ਹੈ ਹਟ ਵਿਕਾਏ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰਬਾਣੀ ਦੀ ਵਿਚਾਰ ਸ਼ੁਰੂ ਕਰੀਏ, ਕਿਉਂਕਿ ਅੱਜ ਅਸੀਂ ਸੰਤ ਦੇ ਜੀਵਨ ਦੀ ਗੱਲ ਕਰ ਰਹੇ ਹਾਂ ਨਾ। ਮੈਂ ਬੇਨਤੀ ਕੀਤੀ ਕਿ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜੇ ਜਾਣਨਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਪਤਾ ਲੱਗਣਾ ਹੈ, ਜਿਹਦੇ ਅੰਦਰ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ। ਤੇ ਅੱਜ ਉਸ ਸੰਤ, ਉਸ ਬ੍ਰਹਮ ਗਿਆਨੀ, ਉਸ ਮਹਾਪੁਰਸ਼ ਦੀ ਆਪਾਂ ਜੀਵਨ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੰਮੇਰੀ ਤਪੱਸਿਆ ਕਰਕੇ, ਭਾਵੇਂ ਕਿ ਪਿਛੋਕੜ ਵੱਲ ਝਾਤ ਮਾਰੀਏ ਕਿ ਫੌਜ ਦੀ ਨੌਕਰੀ ਕਰਦਿਆਂ ਹੋਇਆਂ ਕੋਈ ਬਹੁਤਾ ਸਮਾਂ ਨਹੀਂ, 36 ਵਰੇ ਕਿੰਨੇ ਕੁ ਹੁੰਦੇ, ਆਪ ਤੋਂ ਉਹ ਸ਼ਖਸੀਅਤਾਂ ਬੈਠੀਆਂ ਹੋਣੀਆਂ ਜਿਨ੍ਹਾਂ ਨੇ ਆਪਣੇ ਦੀਦਿਆਂ ਦੇ ਨਾਲ ਬਾਬਾ ਆਤਮਾ ਸਿੰਘ ਦੇ ਦੀਦਾਰ ਕੀਤੇ ਹੋਣੇ, ਜਿਨ੍ਹਾਂ ਨੇ ਬਾਬਾ ਆਤਮਾ ਸਿੰਘ ਦੀ ਸੰਗਤ ਕੀਤੀ ਹੋਣੀ ਹੈ। ਤੇ ਪਿਆਰ ਵਾਲਿਓ, ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੇ ਉਹਨਾਂ ਦੇ ਜੀਵਨ ਵੱਲ ਝਾਤ ਮਾਰਨਾ ਹੈ ਤੇ ਅੱਜ ਇੱਥੇ ਬੈਠੇ ਆ, ਗੁਰਬਾਣੀ ਦੀ ਵਿਚਾਰ, ਸਤਿਪੁਰਸ਼ਾਂ ਦੇ ਜੀਵਨ ਦੀ ਵਿਚਾਰ ਕਰਦੇ ਆ, ਤੇ ਇੱਕ ਪ੍ਰਣ ਕਰਕੇ ਜਾਈਏ ਕਿ ਅਸੀਂ ਉਹਨਾਂ ਦੇ ਪਾਇਆ ਹੋਇਆ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ। ਕਿਉਂਕਿ ਇਹ ਸਾਲਾਨਾ ਸਮਾਗਮ ਕਰਨ ਦਾ, ਇਹ ਦਿਹਾੜੇ ਮਨਾਉਣ ਦਾ ਸਾਨੂੰ ਤਦੇ ਫਾਇਦਾ ਹੋਵੇਗਾ, ਕਿਉਂਕਿ ਵੱਡੇ ਪੱਧਰ ਤੇ ਕੇਵਲ ਇਸ ਨਗਰ ਦੇ ਵਿੱਚ ਨਹੀਂ, ਮੈਂ ਬੇਨਤੀ ਕਰ ਦੇਣੀ ਚਾਹੁੰਦਾ ਪੂਰੇ ਇਸ ਇਲਾਕੇ ਦੇ ਵਿੱਚ ਬਾਬਾ ਆਤਮਾ ਸਿੰਘ ਦੀ ਇਸ ਯਾਦ ਨੂੰ ਮੁੱਖ ਰੱਖਦੀਆਂ ਸੰਗਤਾਂ ਜੁੜਦੀਆਂ ਨੇ। ਦੂਰ ਦੁਰੇੜੇ ਤੋਂ ਸੰਗਤਾਂ ਪਹੁੰਚ ਕੇ ਨਤਮਸਤਕ ਹੁੰਦੀਆਂ, ਕਿਉਂਕਿ ਇਹਨਾਂ ਦੀ ਕੀਤੀ ਹੋਈ ਕਮਾਈ ਨੂੰ ਨਮਸਕਾਰਾਂ ਹੁੰਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸੰਗਤ ਦੇ ਵਿੱਚ ਥੋੜਾ ਜਿਹਾ ਸੰਕੋਚ, ਇਕਾਗਰਤਾ ਦੇ ਨਾਲ ਗੁਰਬਾਣੀ ਦੀ ਵਿਚਾਰ ਮੰਨੋ ਕਿ ਗੁਰਬਾਣੀ ਦਾ ਪਾਠ ਪੜਾਇਆ ਜਾਂਦਾ, ਗੁਰਬਾਣੀ ਦਾ ਲੈਸਨ ਸਾਨੂੰ ਦਿੱਤਾ ਜਾਂਦਾ ਹੈ। ਜੇ ਸੰਗਤ ਦੇ ਵਿੱਚ ਬੈਠ ਕੇ ਗੁਰੂ ਕਿਹਾ ਸਿੱਖਾ ਤੂੰ ਆਪਣੀਆਂ ਵਿਚਾਰਾਂ ਕਰਕੇ ਚਲਾ ਗਿਆ, ਗੁਰੂ ਦੀ ਗੱਲ ਨਹੀਂ ਸੁਣੀ, ਤੇ ਸਾਡਾ ਆਉਣਾ ਇੱਥੇ ਸਫਲ ਨਹੀਂ ਜੇ ਹੋਣਾ। ਆਪ ਸੂਝਵਾਨ ਬੈਠੇ ਹੋ ਤੇ ਯਤਨ ਕਰੀਏ ਜਿੰਨਾ ਵੀ ਸਮਾਂ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਦੀ ਵਿਚਾਰ ਸਾਂਝੀ ਕਰਨੀ। ਕੋਈ ਆਪਣਾ ਬਚਨ ਨਹੀਂ ਮੇਰਾ, ਆਪਣੇ ਬੋਲਣੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਹੈ, ਤੇ ਗੁਰੂ ਦੀ ਵਿਚਾਰ ਲੈਣ ਦੇ ਵਾਸਤੇ ਜੁੜੇ, ਤੇ ਅਸੀਂ ਇੰਨਾ ਕੁ ਯਤਨ ਕਰੀਏ ਸਤਿਗੁਰ ਦੇ ਬਚਨਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਸਕੀਏ। ਗੁਰੂ ਗ੍ਰੰਥ ਸਾਹਿਬ ਦੇ ਬੋਲ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ, ਤਜਰਬੇ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਮੰਨੀਏ, ਤੇ ਫਿਰ ਸਾਡੇ ਜੀਵਨ ਦੇ ਆਨੰਦ, ਜੀਵਨ ਦਾ ਹੁਲਾਰਾ ਕੁਝ ਹੋਰ ਹੋਵੇਗਾ। ਮੈਂ ਬੇਨਤੀ ਕਰ ਰਿਹਾ ਸਤਿਪੁਰਸ਼ਾਂ ਦੇ ਜੀਵਨ ਦੀ, ਅੱਜ ਇੱਥੇ ਸਾਨੂੰ ਵਿਚਾਰਾਂ ਕਰਨ ਦਾ, ਗੁਰੂ ਕੀ ਬਾਣੀ ਦੀ ਵਿਚਾਰ ਕਰਨ ਦਾ ਸਮਾਂ ਮਿਲਿਆ।
ਆਪਣੇ ਆਪ ਨੂੰ ਭਾਗਸ਼ਾਲੀ ਬਣਾਈਏ, ਮੰਨੀਏ ਕਿ ਇੱਥੇ ਬੈਠਣ ਦਾ ਸਮਾਂ ਅਜਾਈ ਨਹੀਂ ਮਿਲਦਾ, ਇੱਥੇ ਜੁੜਨ ਦਾ ਸਮਾਂ, ਕਿਉਂਕਿ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਹੁੰਦੀ, ਗੁਰੂ ਕੈ ਸਿੱਖਾ ਇਹ ਤਾਂ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮੈਂ ਪਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਬ੍ਰਹਮ ਚੋਟਾਂ ਖਾਵੇ, ਬਿਨ ਭਾਗਾ ਸਤ ਸੰਗ ਨਾ ਲੱਭੇ, ਮਿਲ ਸੰਗਤ ਮੈਲ ਪ੍ਰੀਜੈ ਜੀਓ। ਤੇ ਇਹ ਨਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਹੁੰਚ ਵੀ ਗਏ, ਵਹੀਰਾ ਕੱਢ ਕੇ ਆਏ ਵੀ, ਟਾਈਮ ਵੀ ਛੱਡਿਆ, ਇਸ ਮਹਾਕਾਲ ਦੇ ਵਿੱਚ ਅਸੀਂ ਜੁੜੇ ਵੀ ਗੁਰੂ ਦੀ ਸੰਗਤ 'ਚ, ਪਰ ਪੱਲੇ 'ਚ ਕੁਝ ਪਾ ਕੇ ਨਾ ਲੈ ਕੇ ਗਏ, ਤੇ ਫਿਰ ਸਾਡਾ ਆਉਣਾ ਸਫਲ ਨਹੀਂ ਜੇ ਹੋ ਸਕਦਾ। ਤੇ ਯਤਨ ਕਰੀਏ। ਮੈਂ ਵਿਚਾਰ ਦੇਣੀ ਚਾਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ। ਸਤਿਗੁਰੂ ਜੀ ਕਹਿ ਰਹੇ ਨੇ ਬਾਣੀ ਦੇ ਵਿੱਚ ਵੀ ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਜੇ ਭਾਗ ਹੋਏ, ਚੰਗੇ ਕਰਮ ਜਾਗੇ ਨੇ, ਚੰਗਾ ਸਬਬ ਬਣਿਆ, ਚੰਗਾ ਸਮਾਂ ਮਿਲਿਆ, ਤਾਂ ਜਾ ਕੇ ਗੁਰੂ ਰੂਪੀ ਸੰਤ ਦੀ ਪ੍ਰਾਪਤੀ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਦਾ ਮਿਲਾਪ ਹੁੰਦਿਆ ਸਾਵਾ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮਿਲਦੇ ਆ, ਕਿਉਂਕਿ ਗੁਰੂ ਹੀ ਹੈ ਜਿਹੜਾ ਸਾਨੂੰ ਹਨੇਰੇ ਚੋਂ ਚਾਨਣ ਤੱਕ ਲਿਜਾਂਦਾ ਹੈ। ਕਿਤੇ ਗੁਰੂ ਦੇ ਅਰਥ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਚੋਂ ਪੜ੍ਹੀਏ, ਉਹ ਕਹਿੰਦੇ ਗੁਰੂ ਦੇ ਆਖਰੀ ਅਰਥ ਹੀ ਇਹ ਨੇ, ਗਿਆਨ ਦੇ ਕੇ ਜੀਵਨ ਦੇ ਵਿੱਚ ਚਾਨਣ ਕਰ ਦੇਣਾ। ਨਹੀਂ ਤਾਂ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ, ਪਤਾ ਨਹੀਂ ਅਸੀਂ ਕਿੰਨੇ ਕੁ ਹਨੇਰੇ 'ਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਾਂ। ਅਸਲੀਅਤ ਹੈ ਜੀ, ਜੇ ਕਬੂਲ ਲਈਏ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ, ਸਤਿਗੁਰ ਦੀ ਬਾਣੀ ਕਹਿੰਦੀ ਹੈ ਬੰਦਾ ਹਨੇਰੇ ਦੇ ਵਿੱਚ ਹੈ, ਬੰਦਾ ਅਗਿਆਨ ਦੇ ਵਿੱਚ ਹੈ, ਤੇ ਜਿਸ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਗੁਆਚੇ ਹੋਏ ਹਾਂ। ਜੀਵਨ ਦੀ ਭਟਕਣਾ ਹੈ ਨਾ ਜੀ, ਭਟਕਣ ਦਾ ਕਾਰਨ ਕੀ ਹੁੰਦਾ ਹੈ? ਦੁਨੀਆ ਦੀ ਉਦਾਹਰਣ ਲੈ ਕੇ ਦੇਖੀਏ। ਦੁਨੀਆ ਦੇ ਵਿੱਚ ਉਹ ਬੰਦਾ ਭਟਕੇਗਾ ਜਿਹਨੂੰ ਆਪਣੀ ਮੰਜ਼ਿਲ ਨਹੀਂ ਦਿਸਦੀ, ਜਿਹਨੂੰ ਆਪਣਾ ਰਸਤਾ ਹੀ ਕੋਈ ਨਹੀਂ ਪਤਾ ਹੈ। ਉਹ ਬੰਦਾ ਭਟਕਣਾ 'ਚ ਰਹਿੰਦਾ ਜਿਹੜਾ ਹਨੇਰੇ ਦੇ ਵਿੱਚ ਹੋਵੇ, ਜਿਹਨੂੰ ਚਾਨਣ ਹੈ ਜ਼ਿੰਦਗੀ ਦੇ ਵਿੱਚ, ਜਿਸ ਨੂੰ ਗਿਆਨ ਆ ਗਿਆ, ਜਿਸ ਨੂੰ ਆਪਣੀ ਮੰਜ਼ਿਲ ਦਾ ਪਤਾ ਹੈ, ਉਹ ਇੱਕਦਮ ਸਿੱਧਾ ਜਾਂਦਾ, ਉਹ ਭਟਕੇਗਾ ਨਹੀਂ। ਅੱਜ ਗੁਰੂ ਕਿਆ ਸਿੱਖਾ ਤੈਨੂੰ ਭਟਕਣ ਦੀ ਕੀ ਜ਼ਰੂਰਤ ਪਈ? ਅਸਲ ਕਾਰਨ ਕੀ ਹੈ ਭਟਕਣਾ ਦਾ? ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਬਾਣੀ ਦੇ ਵਿੱਚ, ਸਾਵਾ ਕਹਿੰਦੇ ਅਗਿਆਨ ਅੰਧੇਰੇ ਸੂਝਸ ਨਾਹੀ, ਬਹੁੜ ਬਹੁੜ ਪਰਮਾਤਾ। ਇੱਕ ਵਾਰ ਭਟਕਣਾ ਨਹੀਂ, ਸਾਵਾ ਕਹਿੰਦੇ ਵਾਰ-ਵਾਰ ਭਟਕਣਾ ਪੈਣਾ ਹੈ ਜੇ ਅਗਿਆਨਤਾ ਦੇ ਹਨੇਰੇ ਦੇ ਵਿੱਚ ਰਿਹਾ। ਕਿਉਂਕਿ ਸਤਿਗੁਰ ਕਹਿੰਦੇ ਅਗਿਆਨਤਾ ਦੇ ਹਨੇਰੇ 'ਚ ਬੰਦੇ ਨੂੰ ਸੁੱਝਦਾ ਕੁਝ ਨਹੀਂ ਹੈ। ਕੋਈ ਜੀ ਸਮਝ ਨਹੀਂ ਆਉਂਦੀ ਦੁਨੀਆ ਦੇ ਪੱਖੋਂ, ਭਾਵੇਂ ਕਿੰਨਾ ਕੁ ਸੋਝੀ ਵਾਲਾ ਕਿਉਂ ਨਾ ਹੋਵੇ, ਦੁਨੀਆ ਦੇ ਪੱਖ ਤੇ, ਦੁਨੀਆ ਦੇ ਤਲ ਤੇ ਕਿੰਨਾ ਕੁ ਸਿਆਣਪਾ ਕਿਉਂ ਨਾ ਹੋਵੇ, ਸਾਵਾ ਕਹਿੰਦੇ ਜੇ ਪਰਮਾਰਥ ਦੇ ਰਸਤੇ ਦੀ ਸੋਝੀ ਨਹੀਂ ਨਾ ਆਈ, ਉਹ ਬੰਦਾ ਰੱਬ ਦੀ ਨਿਗਾਹ 'ਚ ਅਗਿਆਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਸ ਅਗਿਆਨਤਾ ਨੂੰ ਖਤਮ ਕਰਨ ਦੇ ਵਾਸਤੇ ਤੈਨੂੰ ਗੁਰੂ ਦਾ ਗਿਆਨ ਲੈਣਾ ਪੈਣਾ, ਗੁਰੂ ਦਾ ਚਾਨਣ ਲੈਣਾ ਪੈਣਾ। ਸਾਵਾ ਕਹਿੰਦੇ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ। ਪਹਿਲੀ ਪੰਗਤੀ, ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਜਿਨ੍ਹਾਂ ਦੀਆਂ ਅੱਖਾਂ 'ਚ ਪੈ ਜਾਂਦਾ ਹੈ। ਹੁਣ ਇਹ ਗਿਆਨ ਦਾ ਸੁਰਮਾ ਆ ਸਥੂਲ ਅੱਖਾਂ 'ਚ ਨਹੀਂ ਪੈਣਾ। ਮੈਂ ਬੇਨਤੀ ਕਰ ਦੇਣੀ ਚਾਹੁੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੱਖਰੀ ਅਰਥ ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਭਾਵ ਅਰਥ ਨੇ। ਇਸ਼ਾਰਾ ਦਿੰਦੀ ਸਤਿਗੁਰ ਦੀ ਬਾਣੀ, ਸਾਨੂੰ ਸਮਝਣ ਦਾ ਯਤਨ ਕਰੀਏ। ਸਾਵਾ ਕਹਿੰਦੇ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ। ਜਿਨ੍ਹਾਂ ਦੀਆਂ ਨੇਤਰਾਂ ਦੇ ਵਿੱਚ, ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਗੁਰੂ ਦੇ ਗਿਆਨ ਦਾ ਸੁਰਮਾ ਪੈ ਗਿਆ, ਸਾਵਾ ਜੀ ਕਹਿੰਦੇ ਉਹਨਾਂ ਨੂੰ ਸਭ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ ਹੈ। ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ, ਤਾਂ ਕੋ ਸਰਬ ਪ੍ਰਗਾਸਾ। ਉਹਨਾਂ ਨੂੰ ਸਾਰਾ ਪ੍ਰਕਾਸ਼ ਹੈ, ਚਾਨਣ ਹੈ ਜੀ। ਪਰ ਹੁਣ ਝਾਤ ਮਾਰੀਏ, ਬੰਦਾ ਕਨਫਿਊਜ਼ ਹੋ ਜਾਵੇਗਾ, ਸੋਚਾਂ 'ਚ ਪਵੇਗਾ ਵੀ ਕਿਹੜਾ ਗਿਆਨ, ਕਿਹੜਾ ਸੁਰਮਾ ਤੇ ਕਿਹੜੀ ਅੱਖ ਦੇ ਵਿੱਚ ਪੈਣਾ। ਹੁਣ ਗੁਰੂ ਦੇ ਗਿਆਨ ਨੂੰ ਇਹਨਾਂ ਅੱਖਾਂ 'ਚ ਨਹੀਂ ਪਾਇਆ ਜਾਣਾ। ਗੁਰੂ ਦੇ ਗਿਆਨ ਨੂੰ ਭਾਵ ਅਰਥ ਕੀ ਬਾਣੀ ਦੇ ਸਤਿਗੁਰ ਜੀ ਇਸ਼ਾਰਾ ਦਿੰਦੇ ਨੇ, ਕਹਿੰਦੇ ਜਿਵੇਂ ਅੱਖਾਂ 'ਚ ਸੁਰਮਾ ਪਾਇਆ ਜਾਂਦਾ ਹੈ, ਤੇ ਇਸੇ ਤਰੀਕੇ ਦੇ ਨਾਲ ਸੁਰਤ ਦੀ ਅੱਖ ਦੇ ਵਿੱਚ ਗੁਰੂ ਦੇ ਗਿਆਨ ਦਾ ਸੁਰਮਾ ਪਾ ਲੈ। ਜਦੋਂ ਗੁਰੂ ਦੇ ਗਿਆਨ ਦਾ ਸੁਰਮਾ ਸੁਰਤ ਦੀ ਅੱਖ 'ਚ ਟਿਕ ਜਾਵੇਗਾ, ਅੰਦਰ ਚਾਨਣ ਹੋ ਜਾਣਾ। ਮੇਰੇ ਸਾਹਿਬਾ ਕਹਿੰਦੇ ਚਾਨਣ ਹੁੰਦਿਆਂ ਹੀ ਰੱਬ ਦੀ ਮੰਜ਼ਿਲ ਪ੍ਰਾਪਤ ਹੋ ਜਾਵੇਗੀ।
परमात्मा की प्राप्ति हो जानी है। सतगुरु जी बचन करते भी अज्ञान अंधेरे सूझस नाही बहुड़ बहुड़ परमाता। वार वार भटकना पवेगा जीवन दे विच। इन्हां महापुरखां दे जीवन वल झात मार के देखिए, जिन्हां ने अपनी सारी जिंदगी परमात्मा के नाम दे विच लीन होकर बतीत की है। क्योंकि ब्रह्म ज्ञानी की अवस्था ही ये है। जे सतगुरु गुरु ग्रंथ साहिब की बाणी चो पूछिए, सतगुरु जी कहते ब्रह्म ज्ञानी है कौन है, ब्रह्म ज्ञानी दे अर्थ की ने। मेरे पातशाह धन गुरु अर्जन देव महाराज जी पावन बाणी सुखमनी साहिब दे विच जिक्र करदे, साहबा कहंदे मन साचा मुख साचा सोए, अवर ना पेखे एक सबिन कोए, नानक ए लक्षण ब्रह्म ज्ञानी होए। जिहदे अंदर ए लक्षण ने, किते प्यार वाले झात मार के देखिए। मैं पिछले समय दे विच मैनूं याद है, पिछले साल जदों इत्थे समागम होए उदों भी विचार की कि ब्रह्म ज्ञानी की अवस्था ये तां अंदर की अवस्था, किसी लिबास का नाम ब्रह्म ज्ञानी नहीं हो सकता। किसी कपड़े का किसी भगवे चोले दे के मनुख तो अंदाजा ना ला कि वो तो ब्रह्म ज्ञानी है। साहबा कहते जे ब्रह्म ज्ञानी दी साधु की तू पहचान करनी है तो गुरु ग्रंथ साहिब की बाणी दसदी। साहबा कहते जिन्हां दे अंदर ये लक्षण पाए जान, जिन्हां दा मन सच्चा हो गया ते मुख दे विच सच वस गया, झूठ जिंदगी का हिस्सा ना रहा। हुण झात मार के देखिए, कोई फरेब नहीं जिंदगी दे विच, कोई धोखा नहीं, कोई वल छल नहीं। जिन्हां दी जिंदगी च मन साचा मुख साचा सोए, अवर ना पेखे एक सबिन कोए। धन गुरु ग्रंथ साहिब के अंदर सतगुरु जी कहते भी एक तो बिना जिहड़ा दूजे नूं वेखदा ही कोई नहीं। एक दा भाव परमात्मा, एक परमात्मा तो बिना जिन्हां नूं सहारा ही कोई नहीं। साहबा कहंदे नानक ए लक्षण ब्रह्म ज्ञानी होए ताते ही नानक इन्हां लक्षणां करके वो मनुख ब्रह्म ज्ञानी की अवस्था नूं पा सकदा है। सतगुरु जी ताही ता कहंदे ब्रह्म ज्ञानी सदा निर्लेप, जैसे जल में कमल अलेप। समा सीमत है, मैं संखेप विचार करनी चाहना। पूरी अष्टपदी दे अंदर 8 पदियां दी विचार दे के धन गुरु अर्जन देव महाराज जी ने सानू नवाजिया ताते गुरु क्या सिखा तू किसी सांके च ना रह जावे, किसी भुलेखे च ना रहे। बाणी साडे परम भुलेखे ही तो दूर कर दी है ना। गुरबाणी दे नाल जुड़ के साडे भुलेखे, साडे परम, साडे संसे दूर हुंदे ने। ते असी जतन करिए गुरु ग्रंथ साहिब दे बाणी दे एक एक बचनां नूं विचारिया करिए। जिथे पढ़न दा समा प्राप्त हुंदा गुरबाणी नूं, जिथे सुनन दा समा मिलदा है, ते एक प्रण जरूर करिए कि गुरु ग्रंथ साहिब दी बाणी दे इन्हां बचनां नूं विचारन दा यतन करिए। क्योंकि विचार के ही जिंदगी दा हिस्सा बन सकदे ने। साहबा दे बोल विचारन दा विषा बाणी, पढ़न ते सुनन तो बाद विचारना पवेगा, सुनन तो बाद मनना पवेगा। धन गुरु नानक पातशाह जी ने ताही ता किया, सुनिया मन्निया मन कीता पाओ, अंतरगत कीर्त मल नाओ। सुन के मन गुरु के बचनों नूं फिर जिंदगी दे विच तब्दीली आवेगी। खैर मैं अर्ज करनी चाहना, इन्हां महापुरखां दे जीवन दे वल झात मारीए। सारी जिंदगी तपस्या करके रब की सेवा करके बतीत कीती, रब्बी भाणे दे विच रह के। यही अस्थान है ना जिथे अज असी बैठे हैं, जिथे कि किसी चीज़ की कमी कोई नहीं है। संगत का भारी इकट्ठ हुंदा है। कदे वो समा जदों कोठड़ी दे विच रह के, जदों एक कच्ची कोठी दे विच रह के बाबा आत्मा सिंह परमात्मा नूं याद करया करदे। मैं इत्थे अर्ज करनी चाहना, आ जिन्ने भी संगतां दी रौनक दिसदी है ना, ये किसी मनुख करके नहीं। मनुख तो दुनिया ते बड़े आए ने ते चले गए ने, गिनती थोड़ा है। रोज किन्ने संसार च जीव आउंदे ते किन्ने चले जांदे। अज जे इस अस्थान नूं नमस्कारां हुंदियां ने, अज जे कोई इत्थे सिजदा करदा है, जे कोई विदेशां च बह के भी बाबा आत्मा सिंह दे स्थानां नूं याद करदा है, ये उस ब्रह्म ज्ञानी दे जपे हुए नाम नूं नमस्कारां हुंदियां ने। क्योंकि नाम दी महिमा धन गुरु ग्रंथ साहिब दे विच बयान कीती है। सारी महिमा परमेश्वर के नाम दी है ना। साहबा कहते परमात्मा का नाम जदों मनुख जपदा है ते उस मनुख नूं हर थां ते नमस्कार हुंदी है।
साहबा ने ताही ताक्या नानक ब्रह्म ज्ञानी को सदा नमस्कार। सदा ही नमस्कार है परमात्मा का जिहड़ा ज्ञान रखण वाला है, जिन्हों रब दे घर दी सोझी होगी, जिन्हें सच नूं जान लिया। सच दा भाव परमात्मा ही है, नहीं तो दुनिया ते हर एक वस्तु ही झूठ है। दुनिया का झूठ का व्यापार बनया हुआ है। जे कुछ सच दींदे ते केवल परमात्मा का नाम सच है, वो परबतगार प्रभु आप सच्चा है। ते जिन्हों गुरु नानक की बाणी च कहने आद सच जुगाद सच है भी सच, नानक होसी भी सच। इको ही सच है ते उस सच दे नाल जिहड़ा जुड़ जाता है उही ब्रह्म ज्ञानी की अवस्था नूं पा लैंदा है। पर इन्ना सौखा नहीं इस पद नूं प्राप्त करना। मैं गुरु ग्रंथ साहिब की बाणी चो उदाहरण दे के दसा। मेरे साहबा जी कहते ब्रह्म ज्ञानी की संत की अवस्था नूं प्राप्त कर लेना ये कोई सौखी गल मामूली गल नहीं, क्योंकि रब के नाम की गल की है ना भी सारी वडियाई प्रभु के नाम दी है, पर नाम जपना भी बड़ा औखा है। आपां हैरान होवांगे भी रब का नाम जपना औखा है, किवें हो सकता है औखा? असीं तां जी बड़ा नाम जपदे हैं। जवाब आवेगा ना जे कहिए रब का नाम जपना औखा है ते तुसीं कहना भी रब का नाम जपना की औखा है। असीं तां घंटा 2-2 घंटे जपी जाने बैठ के, पर नहीं, जिन्हों गुरु ग्रंथ साहिब की बाणी ने किया आखण औखा सच नाओ। जे गुरु नानक जी कहते भी परमात्मा का नाम आखना बड़ा औखा है, उहदा भाव अर्थ समझिए भी किवें औखा है। रसना करके तो सारे जप लेंगे राम राम सब को कहे, कहे है राम ना होए। सतगुरु जी बाणी च कहते केवल रसना दे नाल नाम जपना ही ये प्राप्ति नहीं, वार वार जप के तू किते अंदरों जपे, तेरे हिरदे दे विचों परमात्मा दे सच्चे नाम दा सिमरन होवे ते ओ तेरा परमात्मा दी दरगाह दे विच प्रवान हो जाना है। ये वार वार की रूटीन की है। असी कहने रोज उही बाणी पढ़नी, नितनेम दीयां बाणियां होई ने, सिमरन परमेश्वर का नाम होई है, सतनाम वाहिगुरू उही नाम वार वार जपण का भाव की है। यानी संत सिंह मस्कीन जी आखदे वो कहते वार वार जपण का महत्व की हुंदा है कि वार वार रब नूं चेते करदिआं कदे एक वार जपण की सोझी आ जावे, एक बार असी अंदरों जुड़ जाइए परमात्मा दे नाम दे नाल। जिथे रसना जपदी पई है उथे साडा मन भी परमात्मा दा नाम जपण लग जावे। एक खिन वास्ते जुड़ गए ते जिंदगी तब्दील हो जानी है, एक खिन दे वास्ते। पर वो खिन प्राप्त करदियां कईयां नूं साल हो गए, कईयां नूं 10 साल हो गए होणगे, कईयां दी पूरी जिंदगी बतीत होगी, पर वो एक छिन की प्राप्ति नहीं हुई जदों ये साडा चंचल मन परमात्मा दे नाम नूं जप सकिया होवे। क्योंकि मन नूं जोड़ना ये भी बड़ा कठिन है। धर्म की सारी साधना साडे मन ते ही है ना। मन परमात्मा दे विच जुड़ जावे। इत्थे बैठे सत संगत झात मार के देखिए, असी अपने अंदर पड़चोल करके देखिए, बैठे संगत दे विच उन्ने पर मन चंचल मन किते होर उडारियां भरदा हुंदा है। बैठे सिमरन दे विच शरीर दा चौंकड़ा लाई बैठा है, पर मन हाजिर नहीं हुंदा है। मन किते होर दिशा दे विच है। कई इत्थे बैठे घरे अपने काम धंधे सवारदे होने मन करके, कईयां दा मन आउण वाले समय च होना है, कईयां दा मन पिछले समय च होना है, ते तू अपने इस समय दे विच तां हाजिर ही नहीं होया। चिंता तो इसी गल की है ना, मनुख दुखी भी इन्हां कारणा करके हुंदा है। क्योंकि सतगुर की बाणी ने दसिए जे बंदा जिउंदा है, बहुतांत मनुख जिउंदा भी भूतकाल दे विच ते भविख काल दे विच है। पिछले समय दे विच जां आउण वाले समय दे विच, पिछले समय दा लंघे हुए समय दा पछतावा मारदा है, आउण वाले समय दी बंदे नूं चिंता पई सतांदी है। इसे दे दुख ने ना बंदा दुखी हुंदा है। कई बारी बच्चों तो दुखी है, कई बारी लंघ गए समय तो दुखी हुंदा है कि ऐसा नहीं सी होना चाहिए मेरी जिंदगी दे विच, पछताउंदा है ते सोचां दे विच दुखी हुंदा है। ते कई बारी दुख दा कारण आउण वाले समय दी चिंता है भी आउण वाले समय च मेरी जिंदगी दा हाल की होवेगा, मैनूं रिज़क मिलेगा कि नहीं मिलेगा, बच्चे सैट होने जां नहीं होने। इसे करके सतगुरु जी कहंदे बंदिया तू अपनी जिंदगी दे विच एक खिन वास्ते अपने आप दे नाल जुड़ के देख।
ਬਾਹਰ ਮੁਖੀ ਹੋ ਕੇ ਇਹਨੂੰ ਤਾਂ ਭਟਕਣਾ ਕਹਿੰਦੇ, ਜਿਹਨੂੰ ਸਤਿਗੁਰ ਦੀ ਬਾਣੀ ਨੇ ਕਿਹਾ ਭਰਮੇ ਭੂਲਾ ਦਹਿ ਦਿਸ ਧਾਵੈ। ਇਹ ਮਨ ਦੀ ਹਾਲਤ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਬਿਆਨ ਕੀਤਾ ਹੈ। ਮਨ ਦੀ ਐਸੀ ਹਾਲਤ ਸਤਿਗੁਰ ਕਹਿੰਦੇ ਭਰਮੇ ਭੂਲਾ ਦਹਿ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਡ ਫਿਰ ਆਵੇ। ਭਰਮ ਦੇ ਵਿੱਚ ਭੁੱਲਿਆ ਹੋਇਆ ਮਨੁੱਖੀ ਮਨ ਦਸੇ ਦਸ਼ਾਵਾਂ ਦੇ ਵਿੱਚ ਦੌੜਦਾ ਹੈ, ਹਰ ਪਾਸੇ ਦੌੜਦਾ ਹੈ, ਤੇ ਪਰ ਇੱਕ ਖਿਣ ਦੇ ਵਿੱਚ ਪਰਤ ਕੇ ਫਿਰ ਵਾਪਸ ਆ ਜਾਂਦਾ ਹੈ। ਮਨ ਨਹੀਂ ਟਿਕਦਾ ਤੇ ਇਹ ਸਾਰਾ ਜਪ ਤਪ ਸਾਰੇ ਅਭਿਆਸ ਇਹ ਪ੍ਰਮਾਤਮਾ ਦਾ ਨਾਮ ਜਪਣਾ ਅਭਿਆਸ ਕਰਨਾ ਕੇਵਲ ਮਨ ਨੂੰ ਟਿਕਾਉਣ ਦੇ ਵਾਸਤੇ ਹੈ। ਮਨ ਗੁਰੂ ਦੀ ਬਾਣੀ 'ਚ ਜੁੜੇ, ਜਿਨ੍ਹਾਂ ਦਾ ਮਨ ਜੁੜ ਗਿਆ ਉਹਨਾਂ ਦੀ ਲੀਨਤਾ ਪ੍ਰਮਾਤਮਾ 'ਚ ਹੋ ਜਾਂਦੀ ਹੈ। ਜਿਨ੍ਹਾਂ ਦਾ ਮਨ ਜੁੜਦਾ ਨਹੀਂ ਉਹ ਮਨੁੱਖ ਭਟਕਦੇ ਰਹਿੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਐਸੇ ਬ੍ਰਹਮ ਗਿਆਨੀ ਦੀ ਯਾਦ ਦੇ ਵਿੱਚ ਜੁੜ ਰਹੇ ਜਿਨ੍ਹਾਂ ਦੀ ਲੀਨਤਾ ਪ੍ਰਮਾਤਮਾ ਦੇ ਵਿੱਚ ਹੋ ਗਈ, ਜਿਹੜੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ, ਜਿਨ੍ਹਾਂ 'ਚ ਰੰਚਕ ਮਾਤਰ ਵੀ ਭੇਦ ਨਹੀਂ ਰਿਹਾ, ਜਿਹਨੂੰ ਸਾਵਾਣੀ ਬਾਣੀ ਨੇ ਕਿਹਾ। ਤਾਂ ਹੀ ਤਾਂ ਅਸੀਂ ਬਚਨ ਪੜ੍ਹੇ ਭਗਤ ਕਬੀਰ ਜੀ ਦੇ, ਕਬੀਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ। ਸੰਤ ਸੰਸਾਰ ਚੋਂ ਸਰੀਰਕ ਚੋਲਾ ਤਿਆਗਿਆ, ਕਿਉਂ ਰੋਣਾ ਉਹਦੀ ਜ਼ਿੰਦਗੀ ਨੂੰ? ਕਿਉਂਕਿ ਉਹ ਤਾਂ ਆਪਣੇ ਕਰਮਾਂ ਨੂੰ ਸਵਾਰ ਕੇ ਗਿਆ ਦੁਨੀਆ ਦੇ ਵਿੱਚੋਂ। ਜੇ ਰੋਣਾ ਹੀ ਚਾਹੁੰਦਾ ਹੈ ਤੇ ਭਗਤ ਕਬੀਰ ਜੀ ਕਹਿੰਦੇ ਉਸ ਰੱਬ ਤੋਂ ਟੁੱਟੇ ਹੋਏ ਮਨੁੱਖ ਦੇ ਵਾਜਦੇ ਰੋ ਜਿਹੜਾ ਦਰ ਦਰ ਦੀਆਂ ਠੋਕਰਾਂ ਪਿਆ ਖਾਂਦਾ ਹੈ। ਭਗਤ ਕਬੀਰ ਬੜਾ ਪਿਆਰਾ ਬਚਨ ਕਰਦੇ ਨੇ, ਕਬੀਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ। ਉਹ ਤਾਂ ਆਪਣੇ ਅਸਲ ਗ੍ਰਹਿ 'ਚ ਚਲੇ ਗਏ ਨੇ, ਉਹਨਾਂ ਨੂੰ ਤਾਂ ਰੱਬ ਦੇ ਘਰ ਦੇ ਵਿੱਚ ਟਿਕਾਣਾ ਮਿਲ ਗਿਆ। ਉਹ ਤਾਂ ਚਾਹੁੰਦੇ ਕਦੋਂ ਸਾਡਾ ਸੰਸਾਰ ਦੇ ਵਿੱਚ ਸਰੀਰਕ ਭਾਂਡਾ ਟੁੱਟੇ ਤੇ ਕਦੋਂ ਇਹ ਜੋਤ ਪਰਮ ਜੋਤ ਦੇ ਵਿੱਚ ਲੀਨ ਹੋਵੇ। ਇਹ ਤਾਂ ਉਡੀਕਦੇ ਨੇ। ਰੱਬ ਦੇ ਪਿਆਰਿਆਂ ਨੂੰ ਚਾਨਣ ਹੈ। ਉਹ ਤਾਂ ਕਹਿੰਦੇ ਮੌਤ ਆਉਂਦੀ ਏ, ਇਹ ਤਾਂ ਸਾਡੇ ਵਾਸਤੇ ਭਲਾ ਹੈ। ਤਾਂ ਹੀ ਤਾਂ ਭਗਤ ਕਬੀਰ ਜੀ ਨੇ ਕਿਹਾ, ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਭਗਤ ਕਬੀਰ ਜੀ ਕਹਿ ਰਹੇ ਬਾਣੀ 'ਚ ਪੁਕਾਰ ਪੁਕਾਰ ਕੇ ਕਿ ਜਿਸ ਮੌਤ ਦਾ ਨਾਮ ਸੁਣ ਕੇ ਦੁਨੀਆ ਥਰ ਥਰ ਕੰਬਦੀ ਹੈ ਨਾ, ਉਸ ਮੌਤ ਨੂੰ ਚੇਤੇ ਕਰਕੇ ਮੇਰੇ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ ਹੈ। ਬੰਦਾ ਹੈਰਾਨ ਹੁੰਦਾ ਹੈ ਜਦੋਂ ਗੁਰੂ ਦੀ ਬਾਣੀ ਦੀਆਂ ਐਸੀਆਂ ਪੰਕਤੀਆਂ ਨੂੰ ਪੜ੍ਹਦਾ ਹੈ ਵੀ ਮੌਤ ਦਾ ਨਾਂ ਸੁਣ ਕੇ ਤਾਂ ਸਾਰੇ ਡਰਦੇ ਨੇ ਨਾ, ਤੇ ਭਗਤ ਕਬੀਰ ਜੀ ਅੰਦਰ ਕਿਹੜੀ ਰੂਹਾਨੀ ਤਾਕਤ ਹੈ ਜਿਸ ਤਾਕਤ ਨੂੰ ਲੈ ਕੇ ਕਹਿੰਦੇ ਮੇਰੇ ਮਨ ਦਾ ਆਨੰਦ ਬੜਾ ਹੈ। ਮੈਨੂੰ ਮੌਤ ਆਵੇ, ਮੈਂ ਤਾਂ ਉਡੀਕ ਰਿਹਾ ਮੌਤ ਨੂੰ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿਉਂਕਿ ਭਗਤ ਜੀ ਕਹਿੰਦੇ ਮਰਨ ਤੋਂ ਬਾਅਦ ਹੀ ਅਸਲ ਪਰਮਾਤਮਾ ਦੀ ਲੀਨਤਾ ਮਿਲਣੀ ਹੈ। ਥੋੜਾ ਜਿਹਾ ਹੋਰ ਮੈਂ ਸੁਖਾਲਾ ਕਰ ਦੇਵਾਂ। ਦੁਨੀਆ ਦੀ ਉਦਾਹਰਨ ਲੈ ਕੇ ਮੰਨੋ ਕਿ ਇੱਕ ਵਿਸ਼ਾਲ ਸਮੁੰਦਰ ਹੈ, ਉਹਦੇ ਵਿੱਚ ਇੱਕ ਘੜਾ ਹੈ ਤੇ ਘੜੇ ਦੇ ਵਿੱਚ ਪਾਣੀ ਹੈ। ਹੁਣ ਘੜੇ ਦੇ ਅੰਦਰਲੇ ਪਾਣੀ ਨੂੰ ਸਮੁੰਦਰ ਦੇ ਵਿੱਚ ਲੀਨ ਕਰਨ ਦੇ ਵਾਸਤੇ, ਸਮੁੰਦਰ ਦੇ ਵਿੱਚ ਮਿਲਾਉਣ ਵਾਸਤੇ ਇੱਕ ਕੰਮ ਕਰਨਾ ਪਵੇਗਾ ਕਿ ਉਹ ਘੜੇ ਨੂੰ, ਉਹ ਭਾਂਡੇ ਨੂੰ ਤੋੜਨਾ ਪੈਣਾ ਹੈ। ਜਦੋਂ ਭਾਂਡਾ ਫੁੱਟੇਗਾ ਤੇ ਉਸ ਅੰਦਰਲੇ ਪਾਣੀ ਨੇ ਸਮੁੰਦਰ ਦੇ ਪਾਣੀ 'ਚ ਲੀਨ ਹੋ ਜਾਣਾ। ਬਸ ਜ਼ਿੰਦਗੀ ਦੀ ਘਾੜਤ ਵੀ ਕੁਝ ਐਸੀ ਹੈ, ਇਸ ਜੋਤ ਨੇ ਵੀ ਪਰਮ ਜੋਤ ਦੇ ਵਿੱਚ ਉਦੋਂ ਰਲਣਾ ਹੈ ਕਿ ਜਦੋਂ ਸਰੀਰ ਦਾ ਇਹ ਠੀਕਰਾ ਫੁੱਟੇਗਾ। ਤਾਂ ਹੀ ਤਾਂ ਸਤਿਪੁਰਸ਼ਾਂ ਦੇ ਜੀਵਨ 'ਚ ਮੌਤ ਦਾ ਭੈ ਖਤਮ ਹੋ ਜਾਂਦਾ ਹੈ, ਕਿਉਂਕਿ ਨਿਰਭੈ ਹੋ ਕੇ ਉਹ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ। ਉਹਨਾਂ ਦਾ ਭੈ ਖਤਮ ਹੋ ਗਿਆ ਜ਼ਿੰਦਗੀ ਦੇ ਵਿੱਚ, ਸਾਰੇ ਡਰ ਦੂਰ ਹੋ ਗਏ, ਕਿਉਂਕਿ ਪ੍ਰਮਾਤਮਾ ਦੇ ਨਾਲ ਜੁੜਦੇ ਆ ਉਸ ਮਨੁੱਖ ਦੇ, ਰੱਬ ਦੇ ਪਿਆਰੇ ਦੇ ਭੈ ਖਤਮ ਹੋ ਜਾਂਦੇ। ਨਿਰਵੈਰ ਪ੍ਰਮਾਤਮਾ, ਉਹਨਾਂ ਦੇ ਅੰਦਰ ਵੀ ਉਹ ਗੁਣ ਆਉਂਦੇ ਵੀ ਪ੍ਰਮਾਤਮਾ ਦਾ ਸੁਭਾਅ ਨਿਰਵੈਰਤਾ ਹੈ ਤੇ ਉਹ ਮਨੁੱਖ ਵੀ ਫਿਰ ਨਿਰਵੈਰ ਹੋ ਕੇ ਜਿੰਦੇ ਨੇ। ਤੇ ਮੈਂ ਇੱਥੇ ਬੇਨਤੀ ਕਰ ਦੇਣੀ ਚਾਹੁੰਦਾ, ਜੇ ਅੱਜ ਬਾਬਾ ਆਤਮਾ ਸਿੰਘ ਨੂੰ ਯਾਦ ਕਰਦੇ ਪਿਆਰ ਵਾਲਿਓ, ਤੇ ਇੱਕ ਪ੍ਰਣ ਜ਼ਰੂਰ ਕਰੀਏ ਉਹਨਾਂ ਦੀ ਜ਼ਿੰਦਗੀ ਦਾ ਕੋਈ ਚੰਗਾ ਕਰਮ, ਉਹਨਾਂ ਦੀ ਜ਼ਿੰਦਗੀ ਦਾ ਕੋਈ ਸ਼ੁਭ ਗੁਣ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ, ਤਾਂ ਤੇ ਅਸੀਂ ਵੀ ਉਹਨਾਂ ਦਾ ਪੱਲਾ ਫੜ ਕੇ ਆਪਣੇ ਜੀਵਨ ਨੂੰ ਪਾਰ ਕਰ ਸਕਦੇ ਹਾਂ। ਕੋਈ ਸੰਤ ਮਿਲੇ ਕਿਛ ਸੁਣੀਏ ਕਹੀਏ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਜੇ ਕੋਈ ਰੱਬ ਦਾ ਪਿਆਰਾ ਮਿਲਦੇ ਤੇ ਉਹਦੇ ਨਾਲ ਵਿਚਾਰਾਂ ਕਰ, ਮਿਲੇ ਅਸੰਤ ਮਸਤ ਕਰ ਰਹੀਏ। ਕੋਈ ਟੁੱਟਿਆ ਹੋਇਆ ਮਿਲਦਾ ਤੇ ਉਹ ਤੋਂ ਦੂਰ ਨੱਠ ਜਾ, ਉਹ ਤੋਂ ਪਾਸਾ, ਉਹ ਤੋਂ ਕਿਨਾਰਾ ਕਰ ਲੈ।
ਤੇ ਜੁੜਿਆ ਹੋਇਆਂ ਦੀ ਸੰਗਤ ਕਰ। ਸੰਗਤ ਦੀ ਮਹਾਨਤਾ ਬੜੀ ਹੈ ਤੇ ਯਤਨ ਕਰੀਏ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਅਸੀਂ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ। ਪਰਮਾਤਮਾ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰੀਏ। ਬਾਬਾ ਆਤਮਾ ਸਿੰਘ ਰੱਬ ਰੂਪੀ ਮੂਰਤ ਹੋ ਗਏ, ਰੱਬ ਦੀ ਲੀਨ 'ਚ ਲੀਨ ਹੋ ਗਏ ਨੇ, ਰੱਬ ਦਾ ਰੂਪ ਹੋ ਗਏ। ਕਿਉਂਕਿ ਸਾਹਿਬਾ ਕਹਿੰਦੇ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨਾ ਜਾਣੋ ਮਾਨਸ ਦੇਹਾ। ਰੱਬ ਦਾ ਪਿਆਰਾ ਤੇ ਰੱਬ ਦੇ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ ਹੈ ਤੇ ਉਹ ਪਰਮਾਤਮਾ ਤੇ ਪਰਮਾਤਮਾ ਦਾ ਭਗਤ ਕੋਈ ਫਰਕ ਨਹੀਂ ਰਿਹਾ। ਤੇ ਅਸੀਂ ਵੀ ਆਪਣੀ ਜ਼ਿੰਦਗੀ ਦੀਆਂ ਘੜੀਆਂ ਨੂੰ ਇਸ ਤਰੀਕੇ ਦੇ ਨਾਲ ਸਵਾਰੀਏ ਤਾਂ ਤੇ ਅਸੀਂ ਵੀ ਆਪਣੀ ਜ਼ਿੰਦਗੀ 'ਚ ਰੱਬੀ ਗੁਣਾਂ ਨੂੰ ਹਾਸਲ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਕੇ ਜਾਈਏ ਤਾਂ ਤੇ ਸਾਡਾ ਆਉਣਾ ਸਾਡਾ ਬੈਠਣਾ ਸਫਲ ਹੋਵੇ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਧਾਰਨੀ ਬਣੀਏ ਕਿਉਂਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਨਗਰ ਨਗਰ ਦੇ ਵਿੱਚ ਪ੍ਰਭਾਤ ਫੇਰੀਆਂ ਸ਼ੁਰੂ ਹੋਈਆਂ ਨੇ। ਨਗਰ ਨਗਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਜਾਂਦਾ ਹੈ ਤੇ ਆਉਣ ਵਾਲੀ ਪੂਰਨਮਾਸੀ ਦਾ ਦਿਹਾੜਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਮਨਾਉਣਾ ਤੇ ਅਸੀਂ ਯਤਨ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਦੇ ਧਾਰਨੀ ਬਣ ਜਾਈਏ। ਅੱਜ ਵੀ ਗੁਰੂ ਨਾਨਕ ਪਾਤਸ਼ਾਹ ਕਿਤੇ ਦੂਰ ਨਹੀਂ। ਜੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਉਪਦੇਸ਼ ਦਿੱਤਾ ਹੈ ਤੇ ਆਪਣੇ ਉਪਦੇਸ਼ ਦੇ ਨਾਲ ਦੀਨ ਦੁਖੀਆਂ ਨੂੰ ਤਾਰਿਆ ਹੈ ਤੇ ਅੱਜ ਵੀ ਬਾਬੇ ਨਾਨਕ ਦੀ ਬਾਣੀ ਦੇ ਨਾਲ ਜੁੜ ਕੇ ਗੁਰੂ ਕਿਹਾ ਸਿੱਖਾ ਤੇਰੇ ਜੀਵਨ ਦਾ ਬੇੜਾ ਪਾਰ ਹੋ ਸਕਦਾ ਹੈ। ਅੱਜ ਵੀ ਗੁਰੂ ਨਾਨਕ ਦੇ ਬਚਨਾਂ ਨਾਲ ਜੁੜਨ ਦੀ ਲੋੜ ਹੈ। ਅੱਜ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਬਾਗੀ ਹੋ ਰਿਹਾ। ਮੈਂ ਬਸ ਖਿੰਨ ਦੇ ਵਿੱਚੋਂ ਇਹਨਾਂ ਬੇਨਤੀਆਂ ਤੋਂ ਪਰਤ ਕੇ ਆਪਣੇ ਵਿਸ਼ੇ ਵੱਲ ਆਉਣਾ, ਪਰ ਇਹ ਵਿਸ਼ਾ ਵੀ ਅਤ ਲਾਜ਼ਮੀ ਹੈ। ਅੱਜ ਗੁਰੂ ਨਾਨਕ ਦੇ ਸਿੱਖ ਦੇ ਜੀਵਨ ਵੱਲ ਝਾਤ ਮਾਰੀਏ। ਅੱਜ ਗੁਰੂ ਨਾਨਕ ਦੀ ਵਿਚਾਰਧਾਰਾ ਕਿਤੇ ਨਜ਼ਰ ਨਹੀਂ ਆਉਂਦੀ। ਜਿਹੜੇ ਵਹਿਮਾਂ ਚੋਂ ਜਿਹੜੇ ਪਖੰਡਾਂ ਚੋਂ ਗੁਰੂ ਨਾਨਕ ਦੀ ਵਿਚਾਰ ਨੇ ਸਾਨੂੰ ਕੱਢਿਆ ਉਸ ਸਮੇਂ ਦੇ ਵਿੱਚ ਅੱਜ ਉਸੇ ਭਟਕਣਾ ਦੇ ਵਿੱਚ ਫਿਰ ਤੁਰੇ ਹੋਏ ਆ। ਉਹਦਾ ਕਾਰਨ ਕੀ ਬਣਿਆ? ਅਸੀਂ ਗੁਰੂ ਨਾਨਕ ਦੀ ਬਾਣੀ ਬਾਬੇ ਨਾਨਕ ਦੀ ਬਾਣੀ ਨੂੰ ਜ਼ਿੰਦਗੀ ਦਾ ਹਿੱਸਾ ਨਹੀਂ ਬਣਾ ਸਕੇ। ਸਾਡੀ ਤਰਾਸਦੀ ਹੈ ਜੀ, ਦੇਸਾਂ ਵਿਦੇਸ਼ਾਂ 'ਚ ਭਰਮਣ ਕਰਨ ਦਾ ਮੌਕਾ ਮਿਲਦਾ ਹੈ, ਪ੍ਰਚਾਰ ਕਰਨ ਜਾਈਦਾ, ਪਰ ਜਿੰਨੀ ਗੁਰੂ ਨਾਨਕ ਦੇ ਘਰ ਦੀ ਸਿੱਖੀ ਉੱਥੇ ਪ੍ਰਫੁੱਲਤ ਹੈ, ਅੱਜ ਸਾਡੇ ਅੰਦਰ ਕਮੀਆਂ ਬੜੀਆਂ ਨੇ। ਅਸੀਂ ਤਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਆਪਣੀਆਂ ਪਾਰਟੀਆਂ ਦੇ ਵਿੱਚ ਉਲਝੇ ਹੋਏ ਆ। ਇਹ ਪ੍ਰਕਰਨ ਹੈ, ਇਹ ਵਿਸ਼ਾ ਹੈ ਸਾਡਾ, ਮੌਜੂਦੇ ਹਾਲਾਤ ਨੇ ਸਾਡੇ। ਪਰ ਗੁਰੂ ਨਾਨਕ ਦੇ ਸਿੱਖਾ ਗੁਰੂ ਨਾਨਕ ਦੀ ਬਾਣੀ ਤਾਂ ਤੈਨੂੰ ਵੈਰ ਵਿਰੋਧ ਤੋਂ ਦੂਰ ਕਰਦੀ ਏ, ਪਰ ਤੂੰ ਉਸੇ ਬਖੇੜਿਆਂ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਫਿਰ ਬਰਬਾਦ ਪਿਆ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਕਾਹੇ ਜਨਮ ਗਵਾਵੇ ਵੈਰਵਾਦ। ਵੈਰਵਾਦ ਦਾ ਭਾਵ ਵੈਰ ਵਿਰੋਧ। ਕਿਉਂ ਆਪਣੀ ਜ਼ਿੰਦਗੀ ਨੂੰ ਵੈਰ ਤੇ ਵਿਰੋਧ ਦੇ ਵਿੱਚ ਬਤੀਤ ਕਰਦਾ ਹੈ? ਤੂੰ ਯਤਨ ਕਰ, ਨਿਰਵੈਰ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰ ਤੇ ਪਰਮਾਤਮਾ ਦੀ ਬਖਸ਼ਿਸ਼ ਤੇਰੀ ਝੋਲੀ 'ਚ ਪੈ ਜਾਵੇਗੀ। ਪਰਮਾਤਮਾ ਦੀ ਰਹਿਮਤ ਦੇ ਪਾਤਰ ਬਣ ਜਾਵਾਂਗੇ। ਤੇ ਇਸ ਕਰਕੇ ਯਤਨ ਕਰੀਏ ਭਾਈ, ਜੇ ਸਾਨੂੰ ਸਮਾਂ ਮਿਲਦਾ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਜ਼ਰੂਰ ਫੋਲੋ ਕਰੀਏ। ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜਨਰੇਸ਼ਨ ਨੂੰ ਸਾਂਭਣ ਦਾ ਉਪਰਾਲਾ ਕਰੀਏ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮੁਨਕਰ ਨਾ ਹੋਈਏ। ਅੱਜ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਘਰਾਂ ਦੇ ਵਿੱਚ ਲਾਗੂ ਕਰੀਏ। ਫਿਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਇਹ ਮਨਾਏ ਹੋਏ ਸਾਡੇ ਸਾਲਾਨਾ ਸਮਾਗਮ ਇਹ ਸਾਡੇ ਸਫਲੇ ਹੋ ਜਾਣਗੇ। ਕਿਉਂਕਿ ਮੈਂ ਗੱਲ ਕਰਨੀ ਚਾਹੁੰਦਾ ਹੈ, ਵਿਦੇਸ਼ਾਂ ਦੀ ਧਰਤੀ ਕੈਨੇਡਾ ਦੀ ਗੱਲ ਹੈ, ਜਿੱਥੇ ਹਰ ਇੱਕ ਗੁਰਦੁਆਰੇ ਦੇ ਵਿੱਚ ਹਰ ਇੱਕ ਧਾਰਮਿਕ ਸੰਸਥਾ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ। ਵਿਸ਼ੇਸ਼ ਤੌਰ ਤੇ ਕਲਾਸਾਂ ਲੱਗਦੀਆਂ ਨੇ, ਪਰ ਅਸੀਂ ਆਪਣੇ ਝਾਤ ਮਾਰ ਕੇ ਦੇਖੀਏ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿੰਨੇ ਕੁ ਉਪਰਾਲੇ ਕੀਤੇ, ਕਿੰਨੇ ਕੁ ਯਤਨਸ਼ੀਲ ਹੋ ਕੇ ਵਿਚਰੇ ਆ। ਇਹ ਸਾਡੀ ਤਰਾਸਦੀ ਹੈ। ਜੇ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਗੁਰੂ ਨਾਨਕ ਦੀਆਂ ਸਿੱਖਿਆ ਆਪਣੇ ਘਰ 'ਚ ਲਾਗੂ ਨਹੀਂ ਕਰ ਸਕੇ ਤੇ ਫਿਰ ਇਹ ਕਿੱਥੇ ਕਰ ਸਕਾਂਗੇ? ਇਹ ਫੁਲਵਾੜੀ ਹੈ ਗੁਰੂ ਨਾਨਕ ਦੀ। ਇਸ ਫੁਲਵਾੜੀ ਨੂੰ ਸਾਂਭਣਾ ਵੀ ਸਾਡਾ ਫਰਜ਼ ਹੈ। ਇਹ ਮਹਾਂਪੁਰਖਾਂ ਦੇ ਜੀਵਨ ਵੱਲ ਜੁੜੇ
ਉਹਨਾਂ ਦੀ ਸਾਰੀ ਜ਼ਿੰਦਗੀ ਲੰਘ ਗਈ। ਹਰ ਸਮੇਂ ਹਰ ਸਾਲ ਆਏ ਸਾਲ ਬਾਬਾ ਆਤਮਾ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ। ਕਿਉਂਕਿ ਆ ਬਜ਼ੁਰਗਾਂ ਤੋਂ ਸੁਣਨ ਦਾ ਵਿਚਾਰਾ ਕਰਨ ਦਾ ਸਮਾਂ ਮਿਲਦਾ ਨਾ। ਤੁਸੀਂ ਨਗਰ ਨਿਵਾਸੀ ਇਲਾਕਾ ਨਿਵਾਸੀ ਬੈਠੇ ਹੋ, ਪਤਾ ਹੈ ਹਰ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣਾ ਤੇ ਭਾਵ ਮਨਾਉਣ ਦਾ ਭਾਵ ਕੀ ਹੈ? ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ। ਇਹ ਸਮਾਗਮ ਤਾਂ ਹੀ ਕੀਤੇ ਜਾਂਦੇ ਨੇ ਨਾ ਵੀ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚ ਸਕੇ। ਇਹ ਕਥਾ ਕਹਾਣੀਆਂ ਕਾਹਦੇ ਲਈ ਹੁੰਦੀਆਂ? ਇਹ ਕੀਰਤਨ ਕਿਸ ਵਿਸ਼ੇ ਦੇ ਕਾਰਨ ਨੇ? ਇਹਦਾ ਭਾਵ ਇਹ ਹੈ ਵੀ ਗੁਰੂ ਨਾਨਕ ਦੇ ਸਿੱਖਾਂ ਤੋਂ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੇ। ਤੇ ਬੜੀ ਜ਼ਰੂਰਤ ਹੈ ਅੱਜ ਅਸੀਂ ਆਪਣੇ ਜਿੱਥੇ ਵੱਡੇ ਵੱਡੇ ਸਮਾਗਮਾਂ ਤੇ ਖਰਚ ਕੀਤੇ ਜਾਂਦੇ, ਬਹੁਤਾਤ ਵੱਡੇ ਪੱਧਰ ਤੇ ਗੁਰੂ ਕੇ ਲੰਗਰ ਚੱਲਦੇ ਨੇ। ਇਹਦਾ ਭਾਵ ਇਹ ਨਹੀਂ ਕਿਤੇ ਨੈਗੇਟਿਵਿਟੀ ਸਾਡੇ ਅੰਦਰ ਆਵੇ ਵੀ ਗੁਰੂ ਕੇ ਲੰਗਰ ਨਹੀਂ ਚੱਲਣੇ ਚਾਹੀਦੇ। ਇਹ ਜ਼ਰੂਰਤ ਹੈ ਸਮੇਂ ਦੀ, ਜਿੱਥੇ ਗੁਰੂ ਨਾਨਕ ਦੇ ਸਿੱਖਾਂ ਬਾਹਰਲੇ ਪ੍ਰਸ਼ਾਦਿਆਂ ਦੇ ਲੰਗਰ ਲੱਗਦੇ ਨੇ, ਉੱਥੇ ਗੁਰੂ ਨਾਨਕ ਦੇ ਘਰ ਦੀ ਵਿਚਾਰ ਦੇ ਲੰਗਰ ਲੱਗਣੇ ਚਾਹੀਦੇ, ਗੁਰੂ ਦੇ ਗਿਆਨ ਦੇ ਲੰਗਰ ਲੱਗਣੇ ਚਾਹੀਦੇ ਨੇ। ਭਾਵ ਗੁਰੂ ਨਾਨਕ ਦੇ ਪਾਤਸ਼ਾਹ ਦੇ ਸੰਦੇਹੇ ਨੂੰ ਅਸੀਂ ਵੰਡਣਾ ਸ਼ੁਰੂ ਕਰ ਦਈਏ, ਵਰਤਾਉਣਾ ਸ਼ੁਰੂ ਕਰ ਦਈਏ। ਕਿਉਂਕਿ ਰੱਬ ਦੇ ਪਿਆਰਿਆਂ ਦੀ ਮਹੱਤਤਾ ਇਹ ਹੁੰਦੀ ਹੈ, ਉਹ ਆਪ ਰੱਬ ਦੇ ਨਾਲ ਜੁੜਦੇ ਨੇ ਤੇ ਹੋਰਨਾਂ ਨੂੰ ਜੋੜਨ ਦਾ ਯਤਨ ਕਰਦੇ ਨੇ। ਸਾਰੀ ਜ਼ਿੰਦਗੀ ਦਾ ਉਹਨਾਂ ਦਾ ਮਕਸਦ ਇਹ ਰਿਹਾ ਹੈ, ਆਪ ਜਪੇ ਅਵਰੈ ਨਾਮ ਜਪਾਵੇ। ਸਾਬਾ ਕਹਿੰਦੇ ਜਿਹੜੇ ਆਪ ਜਪਦੇ ਨੇ ਤੇ ਹੋਰਨਾਂ ਨੂੰ ਨਾਮ ਜਪਾਉਂਦੇ ਨੇ। ਆਪ ਜਪਦੇ ਤੇ ਹੋਰਨਾਂ ਨੂੰ ਨਾਮ ਜਪਾਉਣਾ ਉਹਨਾਂ ਦਾ ਕੰਮ ਹੀ ਇਹ ਹੈ। ਰੱਬ ਦੇ ਪਿਆਰਿਆਂ ਦਾ ਕੰਮ ਹੀ ਇਹ, ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ। ਤੇ ਮਹਾਂਪੁਰਖਾਂ ਨੇ, ਸਾਧੂਆਂ ਨੇ ਇਹੀ ਕੀਤਾ, ਆਪਣੇ ਨਾਮ ਦੇ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕੇ ਆ ਨਾਮ ਦੀ ਮਹਿਮਾ ਹੀ, ਵਡਿਆਈਆਂ ਹੀ ਅਸੀਂ ਖੱਟਦੇ ਪਏ ਹਾਂ। ਅੱਜ ਉਹਨਾਂ ਦਾ ਪਾਇਆ ਹੋਇਆ ਖਜ਼ਾਨਾ, ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਅਸੀਂ ਅੱਜ ਵੰਡਦੇ ਤੇ ਵਰਤਦੇ ਪਏ ਹਾਂ। ਖੈਰ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨ, ਗੁਰੂ ਨਾਨਕ ਦੀ ਵਿਚਾਰਧਾਰਾ ਦੇ ਧਾਰਨੀ ਬਣ ਜਾਈਏ। ਆਪੋ ਆਪਣੇ ਨਗਰ ਨੂੰ ਸਭ ਤੋਂ ਪਹਿਲਾਂ ਜ਼ਰੂਰਤ ਆਪੋ ਆਪਣੇ ਘਰਾਂ ਨੂੰ ਸੰਭਾਲੀਏ, ਆਪੋ ਆਪਣੇ ਪਿੰਡਾਂ ਨੂੰ ਸੰਭਾਲੀਏ, ਸ਼ਹਿਰਾਂ ਵਾਸਤੇ, ਆਪਣੇ ਇਲਾਕੇ ਵਾਸਤੇ ਕੰਮ ਕਰੀਏ। ਜਿੰਨਾ ਚਿਰ ਅਸੀਂ ਗਰਾਊਂਡ ਲੈਵਲ ਵੱਲ ਨਹੀਂ ਜਾਵਾਂਗੇ, ਗੱਲਾਂ ਭਾਵੇਂ ਅਸੀਂ ਅਸਮਾਨਾਂ ਨੂੰ ਸੁਣਦੀਆਂ ਕਰੀ ਚਲੀਏ, ਪਰ ਸਾਡੇ ਜੀਵਨ ਦਾ ਵਿਕਾਸ ਨਹੀਂ ਜੀ ਹੋ ਸਕਦਾ ਹੈ। ਕੇਵਲ ਗੱਲਾਂ ਦੇ ਨਾਲ ਯੋਗ ਨਹੀਂ ਹੋਣਾ। ਮੇਰੇ ਪਾਤਸ਼ਾਹ ਨੇ ਕਿਹਾ ਤੈਨੂੰ ਆਪ ਅੱਗੇ ਹੋ ਕੇ ਤੁਰਨਾ ਪਵੇਗਾ, ਪਰ ਅਸੀਂ ਤਾਂ ਦੂਜੇ ਦੇ ਮੋਢਿਆਂ ਵੱਲ ਵੇਖਦੇ ਹਾਂ ਕਿ ਜੇ ਉਹ ਕਰੇਗਾ ਤਾਂ ਅਸੀਂ ਪਿੱਛੇ ਚੱਲਾਂਗੇ। ਨਹੀਂ, ਪਹਿਲ ਤਾਂ ਕਰਨੀ ਪੈਣੀ, ਪਹਿਲ ਕਦਮੀ ਹੋ ਕੇ ਗੁਰੂ ਨਾਨਕ ਦੇ ਸਿੱਖਾ ਜੇ ਸੱਚ ਦੇ ਰਸਤੇ ਤੇ ਚੱਲਦਾ ਹੈ, ਕੋਈ ਝਿਜਕਣਾ ਨਹੀਂ ਚਾਹੀਦਾ, ਕੋਈ ਡਰਨਾ ਨਹੀਂ ਚਾਹੀਦਾ, ਕਿਉਂਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਤਿਗੁਰ ਪਾਤਸ਼ਾਹ ਕਹਿੰਦੇ ਤੂੰ ਸੱਚ ਦੇ ਮਾਰਗ ਤੇ ਤੁਰ ਕੇ ਤਾਂ ਦੇਖ, ਤੇ ਦੁਨੀਆ ਭਾਵੇਂ ਸਮੇਂ ਦੇ ਹਿਸਾਬ ਦੇ ਨਾਲ ਤੇਰੇ ਨਾਲ ਹਾਮੀ ਨਾ ਭਰੇ, ਤੇਰੇ ਨਾਲ ਨਾ ਖੜਨ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਨੇ ਆਪਣੇ ਆਪ ਪ੍ਰਗਟ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਗਹੀ। ਆਖਰਕਾਰ ਜੇ ਜਿੱਤ ਹੁੰਦੀ ਏ ਉਹ ਸੱਚ ਦੀ ਹੁੰਦੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਸੱਚ ਦਾ ਹੀ ਖਜ਼ਾਨਾ ਵਰਤਿਆ ਹੈ। ਆਪ ਸੱਚ ਦੇ ਮਾਰਗ ਤੇ ਧਾਰਨੀ ਹੋਏ ਤੇ ਝੂਠੇ ਫਰੇਬੀ ਲੋਕਾਂ ਨੂੰ ਝੰਜੋੜ ਕੇ ਸੱਚ ਦੇ ਨਾਲ ਜੋੜਿਆ। ਕੌਡੇ ਰਾਖਸ਼ ਵਰਗੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਪ੍ਰਚਾਰਕ ਦੇ ਨਾਂ ਤੇ ਥਾਪ ਦਿੱਤਾ ਹੈ। ਤੇ ਇਸ ਕਰਕੇ ਭਾਈ ਯਤਨ ਕਰੀਏ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਗੁਰੂ ਨਾਨਕ ਦਾ ਖਜ਼ਾਨਾ, ਬਾਣੀ ਦਾ ਖਜ਼ਾਨਾ ਤਾਂ ਬੜਾ ਅਮੋਲਕ ਹੈ। ਇਸ ਖਜ਼ਾਨੇ ਨੂੰ ਵਰਤਦਿਆਂ, ਵਿਹਾਜਦਿਆਂ ਕੋਈ ਕਮੀ ਨਹੀਂ, ਕੋਈ ਸਮੇਂ ਦਾ ਪਤਾ ਨਹੀਂ ਲੱਗਦਾ। ਖੈਰ ਸਮੇਂ 'ਚ ਰਹਿੰਦਿਆਂ ਹੋਇਆਂ ਜਿੰਨੀਆਂ ਕਿ ਵਿਚਾਰਾਂ ਅਸੀਂ ਕਰ ਚੁੱਕੇ, ਸਾਂਝ ਪਾ ਚੁੱਕੇ, ਸਤਿਗੁਰ ਕਿਰਪਾ ਕਰਨ, ਪੜ੍ਹੇ ਸੁਣੇ ਬਚਨ ਕੀਤੀ ਵਿਚਾਰ ਸਾਡੇ ਹਿਰਦਿਆਂ ਤੇ ਵਸੇ, ਬਾਣੀ ਦੇ ਮੁਤਾਬਕ ਜੀਵਨ ਜਿਉਣ ਦੀ ਸੋਝੀ ਆ ਜਾਵੇ, ਗੁਰੂ ਨਾਨਕ ਦੇ ਦੱਸੇ ਹੋਏ ਸਿਧਾਂਤਾਂ ਦੇ ਧਾਰਨੀ ਬਣ ਜਾਵੇ, ਤਾਂ ਤੇ ਸਾਡਾ ਜਨਮ, ਸਾਡਾ ਜੀਵਨ ਸਫਲ ਹੋ ਸਕਦਾ ਹੈ ਜੀ। ਸੁਣਾਉਂਦਿਆਂ ਸਾਡਾ ਭਲਾ ਹੋਵੇ। ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਆਪ ਸਰਬੱਤ ਸੰਗਤਾਂ ਆਪਣੇ ਜੀਵਨ ਨੂੰ ਸਫਲ ਕਰ ਸਕੋ, ਤਾਂ ਤੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਜੀ ਕਿਰਪਾ ਕਰਨ, ਸਭਨਾ ਦਾ ਆਵਣਾ ਬੈਠਣਾ, ਇੱਥੇ ਜੁੜਨਾ
ਸਫਲ ਹੋਵੇ ਤੇ ਸਤਿਗੁਰ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਦੇ ਵਿੱਚ ਪ੍ਰਵਾਨ ਕਰਨ ਜੀ। ਇਤਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਮੇਰੀਆਂ ਭੁੱਲਾਂ ਮੇਰੀ ਝੋਲੀ ਪਾ ਜਾਣੀਆਂ। ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਪੱਲੇ ਬਣ ਕੇ ਜਾਣਾ ਜੀ। ਪਾਓ ਫਤਿਹ ਚ ਸਾਂਝ, ਸਾਰੀ ਸੰਗਤ ਅਸੀਸ ਬਖਸ਼ੋ। ਬੁਲੰਦ ਆਵਾਜ਼ ਦੇ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।